गुड मॉर्निंग। टुडे ਆਪਾਂ ਕਰ ਰਹੇ ਹਾਂ ਟੌਪਿਕ ਜਿਹੜਾ ਕਰਨ ਲੱਗੇ ਹਾਂ ਦੈਟ ਇਜ਼ ਰਿਡੰਪਸ਼ਨ ਆਫ ਡਿਬੈਂਚਰਸ। ਇਹਦੇ ਵਿੱਚ ਆਪਾਂ ਜੋ ਅੱਜ ਟੌਪਿਕ ਕਰਨਾ ਸੀ ਦੈਟ ਇਜ਼ ਸੋਰਸਿਸ ਆਫ ਫਾਈਨਾਂਸ, ਕਿ ਆਪਾਂ ਡਿਬੈਂਚਰਸ ਕਿੱਥੋਂ ਰਿਡੀਮ ਕਰ ਸਕਦੇ ਹਾਂ। ਇਹ ਆਪਾਂ ਡਿਸਕਸ ਕੀਤਾ ਸੀ ਕਿ ਆਪਾਂ ਜਦੋਂ ਡਿਬੈਂਚਰ ਰਿਡੀਮ ਕਰਨੇ ਹੈ ਵੀ ਕੈਨ ਰਿਡੀਮ ਆਰ ਡਿਬੈਂਚਰ ਆਊਟ ਆਫ ਪ੍ਰੋਫਿਟਸ, ਆਊਟ ਆਫ capital, out of conversion and out of provision as well, right? So ਆਪਾਂ ਅੱਜ ਡਿਸਕਸ ਕਰਾਂਗੇ that is out of profits। ਆਊਟ ਆਫ ਪ੍ਰੋਫਿਟਸ ਦਾ ਮਤਲਬ ਕੀ ਹੈ? ਹੁਣ ਜਦੋਂ ਕੰਪਨੀ ਨੇ ਡਿਬੈਂਚਰਸ ਰਿਡੀਮ ਕਰਨਾ ਆਊਟ ਆਫ ਪ੍ਰੋਫਿਟਸ ਤਾਂ ਇਹਨੇ ਇੱਕ ਰਿਜ਼ਰਵ ਬਣਾਉਣਾ ਪਊਗਾ ਵਿਚ ਇਜ਼ ਨੋਨ ਐਜ਼ DRR। DRR ਮੀਨਸ ਡਿਬੈਂਚਰ ਰਿਡੰਪਸ਼ਨ ਰਿਜ਼ਰਵ ਅਕਾਊਂਟ। ਇਹ ਜਿਹੜਾ ਅਕਾਊਂਟ ਹੋਣਾ ਚਾਹੀਦਾ ਹੈ ਐਟਲੀਸਟ 25% ਆਫ ਫੇਸ ਵੈਲਿਊ ਆਫ ਡਿਬੈਂਚਰਸ। ਘੱਟੋ ਘੱਟ ਜਦੋਂ ਆਪਾਂ ਡਿਬੈਂਚਰਸ ਰਿਡੀਮ ਕਰਨ ਦੀ ਵਾਰੀ ਆਈ ਹੈ ਆਪਣਾ ਜਿਹੜਾ DRR ਅਕਾਊਂਟ ਹੁੰਦਾ ਐਟਲੀਸਟ 25% ਹੋ ਜਾਣਾ ਚਾਹੀਦਾ ਕ੍ਰੀਏਟ ਆਫ ਡਿਬੈਂਚਰਸ। ਹੁਣ ਇਹਦੀ ਜਰਨਲ ਐਂਟਰੀਜ਼ ਕੀ ਪਾਸ ਕਰਾਂਗੇ, 1 ਬਾਈ 1 ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੀ ਕਰ ਰਹੇ ਹਾਂ, ਪ੍ਰੋਫਿਟਸ ਦਾ ਜਦੋਂ ਕੁਛ ਹਿੱਸਾ ਆਪਾਂ ਸੈੱਟ ਅਸਾਈਡ ਕਰ ਰਹੇ ਹਾਂ ਹਰ ਸਾਲ ਫॉर DRR ਰਿਜ਼ਰਵ, ਤਾਂ ਇਹਦੀ ਐਂਟਰੀ ਆਪਾਂ ਕੀ ਪਾਸ ਕਰਾਂਗੇ, ਸਰਪਲਸ ਅਕਾਊਂਟ ਡੈਬਿਟ ਟੂ DRR ਅਕਾਊਂਟ। ਜਦੋਂ ਆਪਾਂ ਹਰ ਸਾਲ ਆਪਣੇ ਪ੍ਰੋਫਿਟਸ ਦਾ ਕੁਝ ਪੋਰਸ਼ਨ ਆਪਾਂ DRR ਦੇ ਵਿੱਚ ਟ੍ਰਾਂਸਫਰ ਕਰ ਰਹੇ ਹਾਂ। ਸੈਕਿੰਡ ਐਂਟਰੀ ਆਪਾਂ ਦੇਖਾਂਗੇ ਕਿੰਨੀ ਅਮਾਊਂਟ ਆਪਣੀ ਰਿਡੰਪਸ਼ਨ ਟਾਈਮ ਬਣ ਰਹੀ ਹੈ, ਮੇਕਿੰਗ ਡਿਊ ਅਮਾਊਂਟ ਔਨ ਰਿਡੰਪਸ਼ਨ, ਕਿ ਆਪਾਂ ਟੋਟਲ ਅਮਾਊਂਟ ਆਪਾਂ ਦੇਣੀ ਕਿੰਨੀ ਹੈ ਰਿਡੰਪਸ਼ਨ ਟਾਈਮ। ਓਕੇ, ਇਹਦੇ ਵਿੱਚ ਅਲੱਗ-ਅਲੱਗ ਕੇਸਿਸ ਆਉਂਦੇ ਆ, 1 ਬਾਈ 1 ਡਿਸਕਸ ਕਰਦੇ ਹਾਂ। ਇਫ ਆਪਣੇ ਜਿਹੜੇ ਡਿਬੈਂਚਰਸ ਨੇ ਉਹਨਾਂ ਨੂੰ ਆਪਾਂ ਰਿਡੀਮ ਕਰਨਾ ਐਟ ਪਾਰ, ਫਿਰ ਆਪਾਂ ਐਂਟਰੀ ਕੀ ਪਾਵਾਂਗੇ, ਡਿਬੈਂਚਰਸ ਅਕਾਊਂਟ ਡੈਬਿਟ ਟੂ ਡਿਬੈਂਚਰ ਹੋਲਡਰਸ ਅਕਾਊਂਟ, ਰਾਈਟ। ਅਗਰ ਆਪਾਂ ਡਿਬੈਂਚਰਸ ਨੂੰ ਰਿਡੀਮ ਕਰ ਰਹੇ ਹਾਂ ਐਟ ਪ੍ਰੀਮੀਅਮ, ਅਗਰ ਬੀ ਪਾਰਟ ਡਿਬੈਂਚਰਸ ਰਿਡੀਮ ਕਰ ਰਹੇ ਐਟ ਪ੍ਰੀਮੀਅਮ, ਦੈਨ ਆਪਾਂ ਜਿਹੜੀ ਐਂਟਰੀ ਪਾਵਾਂਗੇ ਦੈਟ ਵੁੱਡ ਬੀ ਡਿਬੈਂਚਰਸ ਅਕਾਊਂਟ ਡੈਬਿਟ ਟੂ ਡਿਬੈਂਚਰ ਹੋਲਡਰਸ ਅਕਾਊਂਟ। ਓਕੇ, ਔਰ ਆਪਾਂ ਜੋ ਕਰਾਂਗੇ ਇੱਥੇ ਜਿਹੜਾ ਪ੍ਰੀਮੀਅਮ ਹੈ, ਸੌਰੀ ਦ ਪ੍ਰੀਮੀਅਮ ਔਨ ਰਿਡੰਪਸ਼ਨ ਆਫ ਡਿਬੈਂਚਰਸ will also be debited। ਇੱਥੇ ਆਉਣਾ ਸੀ, I missed it, ਇੱਥੇ ਉਹ ਵੀ ਆਪਣਾ ਡੈਬਿਟ ਹੋ ਜਾਊਗਾ ਪ੍ਰੀਮੀਅਮ। ਅਗਰ ਆਪਾਂ ਡਿਬੈਂਚਰਸ ਰਿਡੀਮ ਕਰਨਾ ਐਟ ਪ੍ਰੀਮੀਅਮ, ਐਂਟਰੀ ਵੁੱਡ ਬੀ ਡਿਬੈਂਚਰਸ ਅਕਾਊਂਟ ਡੈਬਿਟ ਪ੍ਰੀਮੀਅਮ ਔਨ ਰਿਡੰਪਸ਼ਨ ਅਕਾਊਂਟ ਡੈਬਿਟ ਟੂ ਡਿਬੈਂਚਰ ਹੋਲਡਰਸ ਅਕਾਊਂਟ, ਰਾਈਟ। ਥਰਡ ਐਂਟਰੀ ਹੈਗੀ ਹੁਣ ਆਪਾਂ ਜਦੋਂ ਪੇਮੈਂਟ ਕਰਨੀ ਹੈ ਡਿਬੈਂਚਰ ਹੋਲਡਰਸ ਨੂੰ, ਮੇਕਿੰਗ ਆਲ ਦ ਪੇਮੈਂਟ ਟੂ ਡਿਬੈਂਚਰ ਹੋਲਡਰਸ। ਤੇ ਇਹਦੀ ਐਂਟਰੀ ਕੀ ਆ ਜਾਏਗੀ, ਨੈਕਸਟ ਪੇਜ ਲਿਖਣ ਲੱਗਿਆ ਦੈਟ ਇਜ਼ ਡਿਬੈਂਚਰ ਹੋਲਡਰਸ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ। ਓਕੇ, ਹੁਣ ਪੇਮੈਂਟ ਕਰਨ ਤੋਂ ਬਾਅਦ ਅਗਰ ਆਪਣੇ ਰਿਜ਼ਰਵ ਦੇ ਵਿੱਚ DRR ਰਿਜ਼ਰਵ ਦੇ ਵਿੱਚ ਜੋ ਕੁਛ ਅਮਾਊਂਟ ਬਾਕੀ ਹੈ ਤਾਂ ਉਸ ਅਮਾਊਂਟ ਨੂੰ ਆਪਾਂ ਜਨਰਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਾਂਗੇ। ਅਗਰ ਕੋਈ ਵੀ ਅਨਯੂਟੀਲਾਈਜ਼ਡ ਅਮਾਊਂਟ ਪੇਮੈਂਟ ਕਰਨ ਤੋਂ ਬਾਅਦ ਆਪਣੇ ਕੋਲ ਬਚੀ ਹੈ ਸੋ ਉਹਨੂੰ ਆਪਾਂ ਕੀ ਕਰ ਦਾਂਗੇ ਜੀ, ਜਨਰਲ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ। ਕਲੋਜ਼ਿੰਗ DRR ਆਫਟਰ ਰਿਡੰਪਸ਼ਨ, ਤਾਂ ਇਹਦੀ ਐਂਟਰੀ ਕੀ ਆ ਜਾਊਗੀ, DRR ਅਕਾਊਂਟ ਡੈਬਿਟ ਟੂ ਜਨਰਲ ਰਿਜ਼ਰਵ ਅਕਾਊਂਟ। ਆਈ ਹੋਪ ਇਟ ਇਜ਼ ਕਲੀਅਰ ਟੂ ਐਵਰੀਬਡੀ। ਕੋਈ ਵੀ ਕੰਪਨੀ ਹੈ ਉਸਨੂੰ ਇਹ ਜਿਹੜੀਆਂ ਐਂਟਰੀਜ਼ ਨੇ ਜਦੋਂ ਵੀ ਆਪਾਂ ਪ੍ਰੋਫਿਟਸ ਤੋਂ ਰਿਡੀਮ ਕਰਨਾ ਹੈ ਉਹਨਾਂ ਨੂੰ DRR ਰਿਜ਼ਰਵ ਬਣਾਉਣਾ ਹੀ ਪੈਣਾ ਹੈ। ਬਟ DRR ਰਿਜ਼ਰਵ ਕੁਝ ਕੇਸਿਸ ਦੇ ਵਿੱਚ ਕੰਪਲਸਰੀ ਨਹੀਂ ਹੈ ਬਣਾਉਣਾ। ਆਈ ਐਮ ਮੈਂਸ਼ਨਿੰਗ DRR ਕਿੱਥੇ ਮੈਂਡੇਟਰੀ ਨਹੀਂ ਹੈ ਬਣਾਉਣਾ। आई एम मैंशनिंग द लिस्ट
फर्स्ट इज़ जो अपने डिबेंचर्स जोड़े ने फुली कन्वर्टेबल ने। फुली कन्वर्टेबल मीनस जो अपना डिबेंचर्स ਨੂੰ ਆਪਾਂ ਰਿਡੀਮ ਕਰਾਂਗੇ ਉਹ ਪੂਰੇ ਦੇ ਪੂਰੇ डिबेंचर्स ਨੂੰ ਆਪਾਂ ਸ਼ੇਅਰਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਉਸ ਕੇਸ 'ਚ ਆਪਾਂ ਨੂੰ DRR ਬਣਾਉਣਾ ਕੰਪਲਸਰੀ ਨਹੀਂ ਹੈ। ਸੈਕਿੰਡ ਕੇਸ ਆ ਗਿਆ ਜਦੋਂ ਜਿਹੜੇ डिबेंचर्स ਇਸ਼ੂ ਕੀਤੇ ਨੇ ਉਹ ਆਪਣੀ ਬੈਂਕਿੰਗ ਕੰਪਨੀਜ਼ ਨੇ ਇਸ਼ੂ ਕੀਤੇ ਹੋਏ ਹਨ ਤਾਂ ਉਸ ਕੇਸ ਵਿੱਚ DRR ਬਣਾਉਣਾ ਕੰਪਲਸਰੀ ਨਹੀਂ ਹੈ। ਥਰਡ ਕੇਸ ਆ ਗਿਆ ਆਪਾਂ ਜਦੋਂ ਆਪਣੇ डिबेंचर्स ਨੂੰ ਪ੍ਰਾਈਵੇਟਲੀ ਪਲੇਸ ਕੀਤਾ ਹੋਇਆ ਹੈ ਆਫ NBFCs ਕੰਪਨੀਜ਼ ਜਿਹੜੀਆਂ ਨੇ ਅਗਰ ਆਪਾਂ ਉਹ 'ਚ ਪ੍ਰਾਈਵੇਟਲੀ ਪਲੇਸਮੈਂਟ ਕੀਤੀ ਹੋਈ ਆਪਣੇ डिबेंचर्स ਨੂੰ। ਪ੍ਰਾਈਵੇਟਲੀ ਪਲੇਸਮੈਂਟ ਮੀਨਸ ਆਪਾਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਆਪਾਂ ਆਪਣੇ डिबेंचर्स ਇਸ਼ੂ ਕੀਤੇ ਹੋਏ ਆ। ਫੋਰਥ ਕੇਸ ਇਜ਼ ਜਦੋਂ ਆਪਾਂ डिबेंचर्स ਜਿਹੜੇ ਇਸ਼ੂ ਕੀਤੇ ਗਏ ਹੈ ਉਹ ਕਿਹਨੇ ਇਸ਼ੂ ਕੀਤੇ ਹੈ? ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ AIFI। ਤਾਂ ਇਸ ਕੇਸ 'ਚ ਵੀ ਇਹਨਾਂ ਨੂੰ ਵੀ ਜਿਹੜਾ DRR ਰਿਜ਼ਰਵ ਬਣਾਉਣਾ ਇਜ਼ ਨੋਟ ਮੈਂਡੇਟਰੀ ਫॉर them ਐਕਸੈਪਟ ਥੀਸ ਆਲ ਕੇਸਿਸ ਦੇ ਵਿੱਚ ਜਦੋਂ ਵੀ ਕੰਪਨੀ ਆਊਟ ਆਫ ਪ੍ਰੋਫਿਟਸ ਰਿਡੀਮ ਕਰ ਰਹੀ ਹੈ ਤਾਂ ਉਹਨੂੰ DRR ਬਣਾਉਣਾ ਕੰਪਲਸਰੀ ਹੈ। ਆਈ ਹੋਪ ਇਟ ਇਜ਼ ਕਲੀਅਰ। ਸੈਕਿੰਡ ਪੁਆਇੰਟ ਜੋ ਆਪਣਾ ਆਊਟ ਆਫ ਪ੍ਰੋਫਿਟਸ ਤੋਂ ਬਾਅਦ ਆਉਂਦਾ ਦੈਟ ਇਜ਼ ਆਊਟ ਆਫ ਕੈਪੀਟਲ। ਆਊਟ ਆਫ ਕੈਪੀਟਲ ਦੇ ਵਿੱਚ ਜਦੋਂ ਵੀ ਕੰਪਨੀ ਰਿਡੀਮ ਕਰੋਗੇ डिबेंचर्स ਨੂੰ ਪਹਿਲਾਂ ਤੁਹਾਨੂੰ ਇਹ ਸ਼ੋਰ ਹੋਣਾ ਚਾਹੀਦਾ ਕਿ ਉਹਦੀ ਜਿਹੜੀ ਕੈਪੀਟਲ ਹੈ ਉਹ ਐਡਿਕੁਏਟ ਹੈ। ਐਡਿਕੁਏਟ ਕੈਪੀਟਲ ਮਤਲਬ ਇਹ ਨਹੀਂ ਕਿ ਕੈਪੀਟਲ ਨਾਲ डिबेंचर्स ਰਿਡੀਮ ਕਰ ਤਾਂ ਰਹੀ ਹੈ ਕੰਪਨੀ ਬਟ ਉਸ ਦੇ ਬਾਅਦ ਕੰਪਨੀ ਕੋਲ ਖੁਦ ਰਿਜ਼ਰਵਸ ਨਹੀਂ ਬਚੇ, ਖੁਦ ਕੰਪਨੀ ਕੋਲ ਕੈਪੀਟਲ ਹੀ ਨਹੀਂ ਹੈਗੀ ਆਪਣਾ ਬਿਜ਼ਨਸ ਕੰਟੀਨਿਊ ਕਰਨ ਲਈ। ਤਾਂ ਕੰਪਨੀ ਕੋਲ ਜਦੋਂ ਬਹੁਤ ਐਡਿਕੁਏਟ ਕੈਪੀਟਲ ਹੋਵੇ ਮਤਲਬ ਉਹਦੇ ਕੋਲ ਲੱਗੇ ਕਿ ਹਾਂ ਅਗਰ ਮੈਂ डिबेंचर्स ਨਾਲ ਆਰਾਮ ਨਾਲ ਰਿਡੀਮ ਕਰ ਸਕਦੀ ਹਾਂ ਤਾਂ ਉਸ ਕੇਸਿਸ ਦੇ ਵਿੱਚ ਕੰਪਨੀ ਰਿਡੀਮ ਕਰ ਸਕਦੀ ਹੈ ਬਟ ਇਟ ਇਜ਼ ਨੋਟ ਅ ਪ੍ਰੈਫਰੇਬਲ ਮੈਥਡ। ਇਹ ਜ਼ਿਆਦਾ ਪ੍ਰੈਫਰੇਬਲ ਮੈਥਡ ਨਹੀਂ ਆਪਟ ਕੀਤਾ ਜਾਂਦਾ। ਠੀਕ ਹੈ। ਹਾਈ ਕਲਾਸ ਕੰਪਨੀਜ਼ who have abundant capital only they can redeem their debentures out of capital, otherwise this is not a preferable method. Third method जो अपना है that is out of conversion। ਆਊਟ ਆਫ ਕਨਵਰਜਨ ਵਾਲਾ ਮੈਥਡ ਹੈ। ਇਸ ਦੇ ਵਿੱਚ ਕੀ ਕਰ ਰਹੇ ਹਾਂ ਆਪਾਂ ਕਿ ਜਦੋਂ डिबेंचर्स ਰਿਡੀਮ ਕਰਨ ਦੀ ਟਰਨ ਆਈ ਹੈ ਆਪਾਂ ਆਪਣੇ डिबेंचर्स ਨੂੰ ਕਿਸ 'ਚ ਕਰ ਰਹੇ ਹਾਂ? ਰਿਡੀਮ ਕਰ ਰਹੇ ਹਾਂ ਉਹਨਾਂ ਨੂੰ ਕਨਵਰਟ ਕਰਕੇ ਸ਼ੇਅਰਸ ਦੇ ਵਿੱਚ। ਨਾਓ ਲੈਟ ਮੀ ਟੈਲ ਯੂ ਕਿ ਉਹਨਾਂ ਨੂੰ ਸ਼ੇਅਰਸ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ। ਹਾਊ? ਨਿਊ ਕੈਟਾਗਰੀ ਆਫ ਸ਼ੇਅਰਸ ਦੇ ਵਿੱਚ ਕਨਵਰਟ ਕਰਦਾ ਅਤੇ ਇਹਦੀ ਇੱਕ ਜਰਨਲ ਐਂਟਰੀ ਪਾਸ ਕੀਤੀ ਜਾਊਗੀ। ਉਹ ਆਪਾਂ ਤੁਹਾਨੂੰ ਦੱਸਦੇ ਕਿਸ ਤਰ੍ਹਾਂ ਹੋਊਗੀ। ਦੇਖੋ ਜਿਹੜੇ ਆਪਾਂ ਓਲਡ डिबेंचर्स ਨੂੰ ਰਿਡੀਮ ਕਰ ਰਿਹਾ ਉਸ ਨੂੰ ਆਪਾਂ ਕਰ ਦਾਂਗੇ ਡੈਬਿਟ, ਓਲਡ डिबेंचर्स ਅਕਾਊਂਟ ਡੈਬਿਟ। ਅਗਰ ਆਪਾਂ ਜਿਹੜੇ ਨਵੇਂ ਸ਼ੇਅਰਸ ਇਸ਼ੂ ਕਰ ਰਹੇ ਹਾਂ ਉਹ ਡਿਸਕਾਊਂਟ 'ਤੇ ਇਸ਼ੂ ਕਰ ਰਹੇ ਹਾਂ ਤਾਂ ਡਿਸਕਾਊਂਟ ਔਨ ਇਸ਼ੂ ਆਫ डिबेंचर्स ਅਕਾਊਂਟ ਡੈਬਿਟ ਟੂ ਜੋ ਵੀ ਆਪਾਂ ਨਿਊ ਸ਼ੇਅਰ ਕੈਪੀਟਲ ਇਸ਼ੂ ਕਰ ਰਹੇ ਹਾਂ ਉਸ ਨੂੰ ਕ੍ਰੈਡਿਟ ਕੀਤਾ ਜਾਊਗਾ। ਔਰ ਅਗਰ ਆਪਾਂ ਪ੍ਰੀਮੀਅਮ ਦੇ ਰਹੇ ਹਾਂ ਤਾਂ ਟੂ ਪ੍ਰੀਮੀਅਮ ਔਨ ਇਸ਼ੂ ਆਫ ਸ਼ੇਅਰਸ ਨੂੰ ਵੀ ਆਪਾਂ ਕੀ ਕਰ ਦਾਂਗੇ? ਕ੍ਰੈਡਿਟ ਕਰ ਦਾਂਗੇ। ਸੌਰੀ ਮਾਈ ਪੈਨ ਇੰਕ ਹੈਜ਼ ਆਲਸੋ ਗੋਨ ਆਊਟ। ਸੋ ਦਿਸ ਵਾਜ਼ ਦ ਟੋਪਿਕ। ਜਦੋਂ ਆਪਾਂ ਕਨਵਰਜਨ ਕਰ ਰਹੇ ਹਾਂ ਆਊਟ ਸ਼ੇਅਰਸ ਦੇ ਵਿੱਚ ਕਨਵਰਟ ਕਰਕੇ ਤਾਂ ਉਹਦੀ ਵੀ ਆਪਾਂ ਜਿਹੜੀ ਐਂਟਰੀ ਪਾਵਾਂਗੇ ਕੀ ਪਾਵਾਂਗੇ? ਓਲਡ डिबेंचर्स ਅਕਾਊਂਟ ਡੈਬਿਟ। ਨਵੇਂ ਸ਼ੇਅਰਸ ਇਸ਼ੂ ਕਰ ਰਹੇ ਹਾਂ ਟੂ ਨਿਊ ਸ਼ੇਅਰ ਕੈਪੀਟਲ ਜਿਹੜੀ ਵੀ ਆਪਣੀ ਕੈਪੀਟਲ ਹੈ। ਅਗਰ ਆਪਾਂ ਉਹਨਾਂ ਸ਼ੇਅਰਸ ਨੂੰ ਡਿਸਕਾਊਂਟ 'ਤੇ ਇਸ਼ੂ ਕਰ ਰਹੇ ਹਾਂ ਡਿਸਕਾਊਂਟ ਨੂੰ ਡੈਬਿਟ ਕਰ ਦਾਂਗੇ ਔਰ ਅਗਰ ਆਪਾਂ ਪ੍ਰੀਮੀਅਮ 'ਤੇ ਇਸ਼ੂ ਕਰ ਰਹੇ ਹਾਂ ਪ੍ਰੀਮੀਅਮ ਨੂੰ ਕ੍ਰੈਡਿਟ ਕਰ ਦਾਂਗੇ। ਫੋਰਥ ਮੈਥਡ ਆਪਣਾ ਜਿਹੜਾ ਹੈਗਾ ਆਊਟ ਆਫ ਪ੍ਰੋਵੀਜ਼ਨ ਉਹਦੇ ਦੋ ਮੈਥਡਸ ਹੈ ਦੈਟ ਆਈ ਵਿਲ ਡਿਸਕਸ ਇਨ ਦ ਨੈਕਸਟ ਵੀਡੀਓ। ਥੈਂਕ ਯੂ।